ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਰਾਜਾ ਸ਼ਿਵਨਾਬ। ਆਓ ਉਸ ਦਾ ਤੀਸਰਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਸ ਹਿੱਸੇ ਵਿੱਚ ਜਿਨ੍ਹਾਂ ਨੂੰ ਜੀਦਾਨ ਪ੍ਰਾਪਤ ਹੋਇਆ ਹੈ ਤੇ ਜਿਨ੍ਹਾਂ ਨੇ ਅਣਦਿਸਦੇ ਪ੍ਰੀਤਮ ਦੀ ਖਿੱਚ ਖਾਧੀ ਹੈ, ਜਿਹੜਾ ਮਨ ਬੁੱਧੀ ਤੋਂ ਪਾਰ ਚਲਾ ਗਿਆ ਹੈ, ਉਸ ਨੂੰ ਇਸ ਲਿਖਤ ਵਿੱਚ ਬਹੁਤ ਸਵਾਦ ਆਵੇਗਾ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਤੀਸਰਾ, ਆਂਦਾ ਪੜਿਆ ਆਖੀਏ, ਵਿਦਿਆ ਵਿਚਰੈ ਸਹਿਜ ਸੁਭਾਏ, ਵਿਦਿਆ ਸੋਧੈ ਤਤ ਲਹੈ, ਰਾਮ ਨਾਮ ਲਿਵ ਲਾਏ। ਅਸਗਾਹ ਸਾਗਰ ਨੀਲਾ ਨੀਲਾ ਸਾਫ਼ ਟਿਕਿਆ ਪਿਆ ਹੈ, ਨਿੱਕੀ ਨਿੱਕੀ ਲਹਿਰ ਤਾਂ ਪੈਂਦੀ ਹੈ, ਪਰ ਉਂਝ ਅੱਜ ਅਡੋਲ ਹੈ। ਕਿਨਾਰੇ ਤੇ ਉਸੇ ਰਮਣੀਕ ਅਸਥਾਨ ਰਾਜਾ ਜੀ ਆ ਬਿਰਾਜੇ ਹਨ। ਰਾਤ ਤਾਂ ਰਾਜਾ ਦੀ ਕੁਕੇਂਦਿਆਂ ਲੰਘਦੀ ਹੈ, ਸਵੇਰ ਸਾਰ ਕੁਛ ਨੀਂਦ ਮੱਲੋ ਮੱਲੀ ਢਾਹ ਲੈਂਦੀ ਹੈ। ਦਿਨੇ ਦਰਬਾਰ ਵਿੱਚ ਕਾਰ ਵਿਹਾਰ ਕਰਦਾ ਹੈ। ਕਿਸੇ ਵੇਲੇ ਜਦ ਜੀ ਡਾਢਾ ਬੇਵੱਸਾ ਹੁੰਦਾ ਹੈ ਤਾਂ ਕੰਮ ਕਾਜ ਛੱਡ ਕੇ ਉੱਠ ਜਾਂਦਾ ਹੈ। ਇਸ਼ਨਾਨ ਵਾਲੇ ਥਾਂ ਰੋ ਧੋ ਕੇ ਫਿਰ ਮੂੰਹ ਹੱਥ ਧੋ ਕੇ ਆ ਬੈਠਦਾ ਹੈ। ਅਜੇ ਤੱਕ ਰਾਜਾ ਦੇ ਦਿਨ ਦੇ ਵਿਹਾਰ ਵਿੱਚ ਫਰਕ ਨਹੀਂ ਪਿਆ। ਰਾਜ ਪ੍ਰਬੰਧ ਠੀਕ ਚੱਲ ਰਿਹਾ ਹੈ, ਪਰ ਬਾਕੀ ਕੰਮ ਕਾਜ ਉਲਟ ਗਏ ਹਨ। ਨਾਚ ਰਾਗਾਂ ਵਿੱਚ ਨਹੀਂ ਜਾਂਦਾ, ਚੌਪਟ ਸ਼ਤਰੰਜ ਬੰਦ ਹੈ, ਸ਼ਿਕਾਰ ਕਦੇ ਨਹੀਂ ਚੜਿਆ। ਜੇ ਘਰ ਗਏ ਤਾਂ ਇਕਾਂਤ ਚੁੱਪਚਾਪ ਲੇਟ ਰਹੇ, ਜੇ ਰਾਣੀ ਪਾਸ ਗਏ ਤਾਂ ਪਿਆਰ ਨਾਲ ਤੱਕਿਆ, ਨੈਣ ਭਰ ਆਏ, ਚੰਦਰ ਕਲਾ ਕਰਕੇ ਆਵਾਜ਼ ਦਿੱਤੀ ਤੇ ਫਿਰ ਆਪੇ ਵਿੱਚ ਗੁੰਮ ਹੋ ਗਏ। ਜਦ ਬਹੁਤ ਉਧਰੇ ਤਾਂ ਸਮੁੰਦਰ ਦੇ ਇਸ ਕੁਦਰਤੀ ਸੌਂਦਰਯਤਾ ਵਾਲੇ ਰਮਣੀਕ ਕਿਨਾਰੇ ਆ ਬੈਠੇ। ਚੰਦਰ ਕਲਾ ਬੜੀ ਪਿਆਰ ਵਾਲੀ ਇਸਤਰੀ ਸੀ। ਪਰਦਾ ਇਸ ਦੇਸ਼ ਵਿੱਚ ਸੀ ਹੀ ਨਹੀਂ। ਕਈ ਵੇਰ ਰਾਣੀ ਪਤੀ ਨੂੰ ਬਹੁਤ ਉਦਾਸ ਦੇਖਦੀ ਤਾਂ ਇੱਥੇ ਨਾਲ ਆ ਜਾਂਦੀ, ਕਦੇ ਨਾਲ ਵੀਣਾ ਲੈ ਆਉਂਦੀ, ਕੋਈ ਵੈਰਾਗ ਦਾ ਗੀਤ ਗਾਉਂਦੀ, ਤਾਂ ਉਹਨਾਂ ਦਾ ਜੀ ਪਰਜ ਜਾਂਦਾ। ਅੱਜ ਵੀ ਰਾਣੀ ਨਾਲ ਆਈ ਹੈ। ਰਾਜਾ ਜੀ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਸਮੁੰਦਰ ਦੇ ਨਾਂ ਦੀ ਦੇ ਪਾਰਲੇ ਕਿਨਾਰੇ ਵੱਲ ਰੁਖ ਕਰਕੇ ਬੈਠੇ ਹਨ। ਰਾਣੀ ਪਾਸ ਵਾਰ ਬੈਠੀ ਹੈ। ਮਾਲ ਕੌਂਸ ਦੀ ਮਦਰ ਧੁਨੀ ਵੀਣਾ ਤੋਂ ਵਜਾ ਰਹੀ ਹੈ। ਵੇਲਾ ਵੀ ਸੂਰਜ ਲੈ ਚੁੱਕੇ ਦਾ ਹੈ। ਪੱਛੋਂ ਵੱਲ ਸੂਰਜ ਐਉਂ ਡੁੱਬਦਾ ਜਾਂਦਾ ਹੈ, ਮਾਨੋ ਇਸ਼ਨਾਨ ਕਰਨ ਜਲ ਵਿੱਚ ਵੜਦਾ ਜਾਂਦਾ ਹੈ। ਮੱਧਮ ਵੇਗ ਦੀ ਪੌਣ ਹੈ, ਅਰ ਨਕਸ਼ਾ ਕੁਦਰਤ ਨੇ ਵੈਰਾਗ ਦਾ ਢਾਲ ਦਿੱਤਾ ਹੈ। ਰਾਣੀ ਦੀਆਂ ਅੱਖਾਂ ਵੀ ਗਿਲੀਆਂ ਹਨ ਤੇ ਰਾਜਾ ਜੀ ਦੇ ਤਾਂ ਚੰਗੇ ਵੱਡੇ ਵੱਡੇ ਹੰਝੂ ਝਰੇ ਝਰ ਪੈਂਦੇ ਹਨ। ਜੋ ਕੁਛ ਰਾਣੀ ਗਾਉ ਰਹੀ ਸੀ, ਉਸ ਦਾ ਭਾਵ ਐਉਂਦਾ ਸੀ। ਕਿਉਂ ਕੂੰਜ ਕੂਕ ਰਹੀ ਪਿਆਰੀ, ਪਾਰ ਸਜਣ ਉਰਵਾਰ ਖੜੀ ਮੈਂ, ਤਾਣ ਪਰਾਂ ਦਾ ਹਾਰੀ। ਸੱਜਣ ਇਸ ਉਰਾਰ ਨਾ ਆਵੇ, ਹਾਂ ਮੈਂ ਔਗਣਿਆਰੀ। ਕੂਕਾਂ ਤੈਂ ਤੇਰ ਪੌਣ ਸੁਹਾਵੀ, ਕੂਕ ਪੁਚਾ ਦੇ ਪਿਆਰੀ। ਆ ਪ੍ਰੀਤਮ ਸਿਕਲਾਹ ਚ ਰੋਕੀ, ਸਦਕੇ ਜਾਵਾਂ ਸਾਰੀ। ਫਿਰ ਰਾਜਾ ਆਪ ਕੁਛ ਗਾਵੇਂ, ਜਿਸ ਦਾ ਆਸ਼ਾ ਐਕੁਰਾਂ ਦਾ ਸੀ। ਰੂਪ ਨਾ ਡਿੱਠਾ ਚਰਨ ਨਾ ਪਰਸੇ, ਜੀਵਾਂ ਨਾਮ ਆਧਾਰੇ। ਕਦ ਦੇਖਾਂ ਕਦ ਚਰਨ ਸਮਾਵਾਂ, ਕਦ ਆਵਨ ਗੁਰ ਪਿਆਰੇ। ਵਿਥ ਦੁਰੇਡੀ ਪੰਦੋਂ ਟੇਢੀ, ਨਦੀ ਸਮੁੰਦਰੋਂ ਪਾਰੇ। ਕੀ ਕਹਿ ਸੱਦਾਂ ਕਿਵੇਂ ਬੁਲਾਵਾਂ, ਕੀਕੂ ਪਹੁੰਚਾਂ ਦੁਆਰੇ। ਦਿਲ ਵਿੱਚ ਸਿੱਕ ਮਿਲਣ ਦੀ ਭਾਰੀ, ਮਨ ਭਰ ਆਵੇ ਪਿਆਰੇ। ਆਵੋ ਸਤਿਗੁਰ ਆਵੋ ਪਿਆਰੇ, ਆਵੋ ਰਾਖਣ ਹਾਰੇ। ਚਰਨੀ ਲਾਵੋ ਚਰਨ ਸਮਾਵੋ, ਦੁੱਖ ਮਿਟਾਵੋ ਸਾਰੇ। ਮਿੱਠਾ ਲੱਗੇ ਨਾਮ ਤੁਸਾਡਾ, ਜਪ ਜਪ ਜਾਂ ਬਲਿਹਾਰੇ। ਰਸ ਆਵੇ ਵਿੱਚ ਯਾਦ ਤੁਸਾਡੀ, ਸਵਾਦ ਜੇ ਨਾਮ ਪੁਕਾਰੇ। ਯਾਦ ਦਿਲੇ ਵਿੱਚ ਪੁੜਦੀ ਜਾਂਦੀ, ਲੂ ਨੂੰ ਪਿਆ ਚਰਨਾਰੇ। ਬਿਨ ਡਿੱਠੇ ਬਿਨ ਬਚਨ ਸੁਣੇ ਦੇ, ਬਿਨ ਪਰਸੇ ਚਰਨਾਰੇ। ਮੈਂ ਘਾਇਲ ਮੈਂ ਸਦਕੇ ਹੋਇਆ, ਮੈਂ ਹੋਇਆ ਬਲਿਹਾਰੇ। ਆਪਣੇ ਆਪਣੇ ਲੱਗੋ ਸਤਿਗੁਰ, ਲੱਗੋ ਬਹੁਤ ਪਿਆਰੇ। ਤਰਸ ਰਿਹਾ ਹਾਂ ਦਰਸ ਖੈਰ ਨੂੰ, ਝੋਲੀ ਨੈਣ ਖਿਲਾਰੇ। ਬਿਰਧ ਸੰਭਾਰ ਪਤਤ ਉਧਾਰੋ, ਆਵੋ ਪ੍ਰਭੂ ਇੱਕ ਵਾਰੇ।
ਦੇਖ ਲਵਾਂ ਮੈਂ ਦੇਵੀ ਮੁਖੜਾ ਨੈਣਾ ਨਾਲ ਪਿਆਰੇ। ਮਸਤਕ ਚਰਨ ਕਮਲ ਰਸ ਪਾਵੇ ਮੁਖ ਲਾਵਾਂ ਨਾਰੇ। ਚਰਨ ਛੋ ਵਿੱਚ ਮਗਨ ਹੋਏ ਕੇ ਸਦਾ ਰਹਾ ਮਗਨਾਰੇ। ਇਸ ਪ੍ਰੇਮ ਭਰੇ ਗੀਤ ਦਾ ਅਚਰਜ ਨਕਸ਼ਾ ਬਜ ਰਿਹਾ ਸੀ। ਸਾਰਾ ਸਾਗਰ, ਸਾਰਾ ਬਣ, ਸਾਰੀ ਵਾਯੂ ਪ੍ਰੇਮ ਸਰੂਪ ਹੋ ਰਹੀ ਸੀ ਕਿ ਸ੍ਰੀ ਪੰਡਤ ਜੀ ਆ ਨਿਕਲੇ। ਕੁਝ ਚਿਰ ਖੜੇ ਰਹੇ। ਰਾਣੀ ਤੇ ਰਾਜਾ ਨੈਣ ਬੰਦ ਆਪਣੇ ਰੰਗ ਵਿੱਚ ਸਨ। ਜਦ ਅੱਖ ਖੁੱਲੀ ਤਾਂ ਪੰਡਤ ਜੀ ਨੂੰ ਨਮਸਕਾਰ ਕਰਕੇ ਕੋਲ ਬਹਾ ਲਿਆ। ਪੰਡਤ ਜੀ ਨੇ ਆਸ਼ੀਰਵਾਦ ਦਿੱਤੀ, ਖੇਮ ਕੁਸ਼ਲ ਪੁੱਛੀ, ਫਿਰ ਕਹਿਣ ਲੱਗੇ, ਹੇ ਰਾਜਨ, ਰਾਜ ਅਰ ਵੈਰਾਗ ਦੋ ਗੱਲਾਂ ਕਠਨ ਹਨ। ਰਾਜਾ, ਠੀਕ ਹੈ ਪੰਡਤ ਜੀ, ਪਰ ਜੇ ਆਪਣੇ ਵਸ ਹੋਵੇ ਤਾਂ। ਪੰਡਤ, ਰਾਜਨ, ਤੁਸੀਂ ਦਾਨੇ ਹੋ, ਸਰਵ ਵਿਦਿਆ ਸੰਪੰਨ ਹੋ, ਤੁਸੀਂ ਆਪਣੇ ਵਸ ਤੋਂ ਕਿਵੇਂ ਬਾਹਰ ਹੋ? ਰਾਜਾ, ਪੰਡਤ ਜੀ, ਇਸ ਵੇਲੇ ਕੁਝ ਸ਼ਾਂਤੀ ਰਸ ਦਾ ਸਵਾਦ ਆ ਰਿਹਾ ਹੈ, ਕਿਸੇ ਵੇਲੇ ਫੇਰ ਇਹ ਗੱਲਾਂ ਕਰੀਏ। ਪੰਡਤ, ਜਿਵੇਂ ਆਪ ਦੀ ਆਗਿਆ। ਮੈਂ ਕੇਵਲ ਦੁਖਿਤ ਹਾਂ, ਇਸ ਕਰਕੇ ਇਸ ਵੇਲੇ ਆਇਆ ਸਾਂ। ਆਪ ਦੀ ਦਸ਼ਾ ਮੈਨੂੰ ਰਾਤ ਸੌਣ ਨਹੀਂ ਦਿੰਦੀ। ਰਾਜਾ ਤਰਬਕ ਕੇ, ਕਿਉਂ? ਪੰਡਤ, ਉਂਝ ਤਾਂ ਮੈਂ ਆਪ ਦੀ ਪਰਜਾ ਹਾਂ, ਪਰੰਤੂ ਪ੍ਰੋਹਿਤ ਹੋਣ ਕਰਕੇ ਅਤੇ ਵਿਦਿਆ ਦਾ ਸਮਾਗਮ ਇਕੱਠਾ ਰਹਿਣ ਕਰਕੇ ਮੈਨੂੰ ਕੁਝ ਪ੍ਰੇਮ ਵਿਸ਼ੇਸ਼ ਹੈ। ਆਪ ਦਾ ਦਿਨੋਂ ਦਿਨ ਵੈਰਾਗ ਵਿੱਚ ਡੁੱਬਦੇ ਜਾਣਾ, ਖੁਸ਼ੀਆਂ ਵਿੱਚੋਂ ਨਿਕਲਦਾ ਜਾਣਾ ਮੈਨੂੰ ਹੈਰਾਨ ਕਰ ਰਿਹਾ ਹੈ। ਇਹ ਨਿਤ ਦੀ ਵੱਧਦੀ ਉਦਾਸੀ ਕਿੱਥੋਂ ਤੱਕ ਲੈ ਜਾਵੇਗੀ? ਰਾਜ ਭਾਗ ਦਾ ਕੀ ਬਣੇਗਾ? ਰਾਜਾ, ਪੰਡਤ ਜੀ, ਮੈਂ ਦੁਖੀ ਤਾਂ ਨਹੀਂ ਹਾਂ, ਮੈਂ ਤਾਂ ਕਿਸੇ ਸੁੱਖ ਵਿੱਚ ਹਾਂ। ਪੰਡਤ, ਸੁੱਖ ਵਿੱਚ ਹੋ, ਇਹ ਰੋਣਾ ਸੁੱਖ ਦੀ ਨਿਸ਼ਾਨੀ ਹੈ। ਰਾਜਾ, ਇਹ ਦੁੱਖ ਦਾ ਰੋਣਾ ਨਹੀਂ ਹੈ, ਇਹ ਪ੍ਰੇਮ ਦੇ ਅਥਰੂ ਹਨ। ਪੰਡਤ, ਪ੍ਰੇਮ ਕੈਸਾ? ਰਾਜਾ, ਕਿਸੇ ਪ੍ਰਿਯ ਵਸਤੂ ਦਾ। ਪੰਡਤ, ਉਹ ਪ੍ਰਿਯ ਵਸਤੂ ਫਿਰ ਮੈਨੂੰ ਵੀ ਦੱਸੋ। ਰਾਜਾ, ਅਗਲੇ ਦਿਨ ਜਦ ਤੁਸਾਂ ਨਾਲ ਵਾਰਤਾਲਾਪ ਹੋਈ ਸੀ ਤਾਂ ਮੈਂ ਸਾਰਾ ਹਾਲ ਦੱਸਿਆ ਸੀ। ਪੰਡਤ, ਪਰ ਮੇਰੀ ਤਸੱਲੀ ਆਪ ਨਹੀਂ ਸੀ ਕਰ ਸਕੇ। ਰਾਜਾ, ਪੰਡਤ ਜੀ, ਤੁਹਾਨੂੰ ਯਾਦ ਹੈ ਜਦੋਂ ਅਸੀਂ ਪਤੰਜਲ ਜੀ ਦਾ ਦਰਸ਼ਨ ਵਿਚਾਰਦੇ ਸਾਂ, ਤਦ ਭਗਤੀ ਦਾ ਵਿਸ਼ਾ ਜਦ ਚੱਲਿਆ ਤਾਂ ਈਸ਼ਵਰ ਦੇ ਲੱਛਣ ਆਏ ਕਿ ਉਹ ਕਲੇਸ਼ ਕਰਮ ਤੇ ਫਲ ਆਦਿ ਤੋਂ ਸਦੀਵ ਬੇਅਸਰ ਹੈ ਔਰ ਪੁਰਖ ਵਿਸ਼ੇਸ਼ ਹੈ। ਇਤਨਾ ਕਹਿ ਕੇ ਉਹਨਾਂ ਨੇ ਫਿਰ ਕਿਹਾ ਹੈ, ਤਤਰ ਨਿਰਤਿਸ਼ਯੰ ਸਰਬੱਗੇ ਬੀਜਮ। ਇਸ ਸੂਤਰ ਵੇਲੇ ਮੈਂ ਹੱਸ ਕੇ ਤੁਹਾਨੂੰ ਕਿਹਾ ਸੀ ਕਿ ਇਹ ਯੁਕਤੀ ਕਿਉਂ ਹੋਈ? ਪਰਮੇਸ਼ਰ ਵਿੱਚ ਸਰਬੱਗਤਾ ਦਾ ਬੀਜ ਨਿਰਤਿਸ਼ਯ ਹੈ, ਅਰਥਾਤ ਉਸ ਤੋਂ ਵੱਧ ਹੋਰ ਕਿਸੇ ਵਿੱਚ ਨਹੀਂ ਹੈ। ਇਹ ਇੱਕ ਉੱਤਮ ਖਿਆਲ ਹੈ ਜਾਂ ਕਿਸੇ ਦੇ ਈਮਾਨ ਦਾ ਇਕਰਾਰ ਹੈ ਜੋ ਉਸਨੇ ਕਹਿ ਦਿੱਤਾ। ਪਰਮੇਸ਼ਰ ਜ਼ਰੂਰ ਹੈ, ਇਸ ਗੱਲ ਦੀ ਇਹ ਯੁਕਤੀ ਕਿਸ ਤਰ੍ਹਾਂ ਹੋਈ? ਸਾਂਖ ਨੇ ਕਹਿ ਦਿੱਤਾ ਈਸ਼ਵਰ ਸਿੱਧ ਨਹੀਂ, ਯੋਗ ਨੇ ਕਹਿ ਦਿੱਤਾ ਕਿ ਪੁਰਖ ਵਿਸ਼ੇਸ਼ ਈਸ਼ਵਰ ਹੈ ਔਰ ਉਸ ਵਿੱਚ ਸਰਬੱਗਿਅਤਾ ਦੀ ਅਵਧੀ ਹੈ। ਯੁਕਤੀ ਤਾਂ ਇਹ ਨਹੀਂ ਹੈ। ਫਿਰ ਤੁਸੀਂ ਵੀ ਘਬਰਾਏ ਸੇ। ਅਗਲੇ ਦਿਨ ਤੁਸੀਂ ਭੋਗ ਭਾਸ਼ ਲਿਆਏ। ਭਾਸ਼ਕਰ ਨੇ ਇਸੇ ਸੂਤਰ ਤੋਂ ਯੁਕਤੀ ਸਿੱਧ ਕਰ ਦਿਖਾਈ ਸੀ ਕਿ ਇਹ ਉਸਦੇ ਹੋਣ ਦੀ ਦਲੀਲ ਹੈ। ਉਸ ਵੇਲੇ ਜੋ ਰਸ ਤੁਹਾਡੀ ਤੇ ਮੇਰੀ ਸਮਝ ਨੂੰ ਆਇਆ ਸੀ, ਯਾਦ ਹੈ ਕਿ ਨਹੀਂ? ਪੰਡਤ, ਜੀ ਹਾਂ, ਅਚਰਜ ਰਸ। ਰਾਜਾ, ਭਲਾ ਉਹ ਗੱਲ ਤੁਸੀਂ ਕਿਸੇ ਅਨਪੜ੍ਹ ਰਾਹਕ ਨੂੰ ਜਾ ਕੇ ਸਮਝਾਓ ਤਾਂ ਕੀ ਉਸ ਨੂੰ ਉਹ ਰਸ ਆਵੇਗਾ? ਪੰਡਤ, ਨਹੀਂ ਜੀ। ਰਾਜਾ, ਇਸ ਤਰ੍ਹਾਂ ਜਿਵੇਂ ਉਹ ਰਸ ਬੁੱਧੀ ਦੀ ਪ੍ਰਾਗਲਭਤਾ ਦਾ ਸੀ ਔਰ ਬੁੱਧੀ ਮੰਡਲ ਦੀ ਵਸਤੂ ਸੀ, ਤੇ ਉਤਨੀ ਮੰਜੀ ਹੋਈ ਤੇ ਸਾਫ਼ ਬੁੱਧੀ ਵਾਲੇ ਹੀ ਉਸ ਦਾ ਰਸ ਲੈ ਸਕਦੇ ਹਨ, ਇਸੀ ਤਰ੍ਹਾਂ ਜੋ ਰਸ ਮੈਨੂੰ ਹੁਣ ਹੈ, ਇਹ ਕਿਸੇ ਹੋਰ ਮੰਡਲ ਦਾ ਹੈ ਜਿੱਥੇ ਮੇਰੀ ਜਾਂਚੇ ਬੁੱਧੀ ਤੋਂ ਉਚੇਰਾ ਕੁਝ ਹੋਰ ਹੋ ਜਾਂਦਾ ਹੈ। ਮੈਂ ਹੁਣ ਉਸ ਰਸ ਨੂੰ ਬੁੱਧੀ ਨਾਲ ਕਿਵੇਂ ਵਰਣਨ ਕਰ ਸਕਾਂ? ਪੰਡਤ, ਰਾਜਨ, ਜਿੱਥੇ ਬੁੱਧੀ ਕੰਮ ਨਹੀਂ ਕਰਦੀ, ਉਹ ਕੀ ਦਸ਼ਾ ਹੋਈ? ਕੀ ਉਹ ਜੜਤਾ ਹੈ, ਅਚੇਤਨਤਾ ਹੈ? ਖਿਮਾ ਕਰਨੀ, ਅਗਿਆਨ ਹੀ ਤਾਂ ਨਹੀਂ ਹੈ ਉਹ। ਰਾਜਾ, ਜੇ ਤਾਂ ਬੁੱਧੀ ਤੋਂ ਹੇਠਾਂ ਨੂੰ ਰੁਖ ਹੋਵੇ ਤਾਂ ਕੁਝ ਕਹਿ ਲਓ,
पर जे उपर नूं रुख होवे तां कीकों बुद्धि रहत दशा होई। पंडित, जद बुद्धि नहीं रही तां की रह गया? राजा, असां योग वशिष्ठ इकट्ठे वाचिया सी। जिस अवस्था नूं ਉਹ ਅਫੁਰ ਤੇ ਅਕਰਹਿ ਕਹਿ ਕੇ ਉੱਚੀ ਦੱਸਦਾ ਹੈ, ਜਿੱਥੇ ਕਿ ਸੰਕਲਪ ਵਿਕਲਪ ਨਹੀਂ ਰਿਹਾ, ਜਿੱਥੇ ਕਿ ਫੁਰਨਾ ਨਹੀਂ ਰਿਹਾ, ਉੱਥੇ ਕਿਆ ਜੜਤਾ ਰਹੀ? ਪੰਡਤ, ਨਹੀਂ, ਉੱਥੇ ਸ਼ੁੱਧ ਚੇਤਨ ਰਿਹਾ। ਰਾਜਾ, ਜਿੱਥੇ ਜਦ ਪੰਜੇ ਗਿਆਨ ਇੰਦਰੇ ਮਨ ਸਹਿਤ ਖੜੇ ਹੋ ਜਾਂਦੇ ਹਨ ਤੇ ਬੁੱਧੀ ਵੀ ਨਹੀਂ ਡੋਲਦੀ, ਕੀ ਤਦੋਂ ਜੜਤਾ ਤੇ ਅਗਿਆਨ ਹੋ ਜਾਂਦਾ ਹੈ? ਪੰਡਤ, ਅੱਛਾ, ਪਰ ਕਿਵੇਂ? ਰਾਜਾ, ਜਿੱਥੇ ਸਿਮਰਤੀ ਨਹੀਂ, ਪ੍ਰਮਾਣ ਨਹੀਂ ਰਿਹਾ, ਉੱਥੇ ਮਨ ਤੇ ਬੁੱਧੀ ਕਿੱਥੇ ਰਹੇ? ਮਨ ਦਾ ਧਰਮ ਚਿੰਤਨ ਹੈ, ਬੁੱਧੀ ਦਾ ਧਰਮ ਵਿਵੇਕ ਹੈ। ਜਦ ਸਾਰੀ ਚਿੱਤ ਦੀ ਬਿਰਤੀ ਨਿਰੁੱਧ ਹੋ ਗਈ ਹੈ ਤਾਂ ਕਿਆ ਅਚੇਤਨਤਾ ਹੋ ਗਈ? ਪੰਡਤ, ਨਹੀਂ, ਉੱਥੇ ਦ੍ਰਿਸ਼ਟਾ ਦੀ ਆਪਣੇ ਸਰੂਪ ਵਿੱਚ ਸਥਿਤੀ ਹੈ। ਰਾਜਾ, ਤਾਂ ਕੋਈ ਅਵਸਥਾ ਹੈ ਨਾ ਕਿ ਜਿੱਥੇ ਫੁਰਨਾ ਨਾ ਰਹੇ, ਜਿੱਥੇ ਬਿਰਤੀਆਂ ਨਿਰੁੱਧ ਹੋ ਜਾਣ, ਤੇ ਫਿਰ ਹੈ ਦੀ ਅਵਸਥਾ ਹੋਵੇ ਤੇ ਉਹ ਹੈ ਗਿਆਨ ਹੋਵੇ ਤੇ ਉਸ ਗਿਆਨ ਵਿੱਚ ਆਨੰਦ ਹੋਵੇ। ਪੰਡਤ, ਉੱਤਰ ਤਾਂ ਆ ਗਿਆ, ਪਰ ਆਪਨੇ ਨਾ ਕਿਰਿਆ ਯੋਗ ਕੀਤਾ ਹੈ, ਨਾ ਸਾਂਖ ਯੋਗ ਕੀਤਾ ਹੈ, ਨਾ ਹਠ ਯੋਗ, ਨਾ ਰਾਜ ਯੋਗ, ਨਾ ਨਾਮ ਰੂਪ ਤੋਂ ਨਿਕਲ ਕੇ ਬ੍ਰਹਮ ਅਭਿਆਸ ਕੀਤਾ ਹੈ। ਮੈਂ ਕਿਸ ਤਰ੍ਹਾਂ ਮੰਨ ਲਵਾਂ ਕਿ ਆਪ ਯੋਗੀ ਜਾਂ ਸੰਨਿਆਸੀ ਹੋ ਗਏ ਹੋ? ਰਾਜਾ, ਮੈਂ ਨਾ ਯੋਗੀ ਹਾਂ ਨਾ ਸੰਨਿਆਸੀ, ਪਰ ਮੈਂ ਅੰਧਕਾਰ ਵਿੱਚ ਨਹੀਂ, ਅਗਿਆਨ ਵਿੱਚ ਨਹੀਂ, ਦੁੱਖ ਵਿੱਚ ਨਹੀਂ। ਮੈਂ ਕਿਸੇ ਰਸ ਵਿੱਚ ਹਾਂ ਜਿੱਥੇ ਮੇਰੀ ਬੁੱਧੀ ਦੇ ਪੈਰ ਲੰਘਣੇ ਹਨ। ਰਸ ਅਲੌਕਿਕ ਹੈ, ਸੱਚਮੁੱਚ ਹੈ। ਤੁਸਾਂ ਕਿਹਾ ਸੀ ਉਹ ਰਸ ਨਹੀਂ, ਅਗਿਆਨ ਹੈ। ਮੈਂ ਤੁਸਾਂ ਨੂੰ ਸਿੱਧ ਕਰਕੇ ਦੱਸਿਆ ਹੈ ਕਿ ਕੋਈ ਐਸੀ ਅਵਸਥਾ ਵੀ ਹੋ ਸਕਦੀ ਹੈ ਜੋ ਸਾਧਾਰਨ ਤੋਂ ਉੱਚੀ ਹੈ ਤੇ ਜਿੱਥੇ ਚਾਨਣਾ ਇੰਨਾ ਵਧੇਕ ਹੈ ਕਿ ਚਾਨਣੇ ਦੀ ਬਹੁਲਤਾ ਕਰਕੇ ਬੁੱਧੀ ਦੇ ਨੇਤਰ ਮਿਟਦੇ ਜਾਂਦੇ ਹਨ। ਪੰਡਤ, ਉਸ ਰਸ ਦਾ ਵਰਣਨ ਕਰੋ। ਰਾਜਾ, ਜਿੱਥੇ ਹੋਸ਼ ਦੇ ਖੰਭ ਸੜਦੇ ਹਨ, ਜਿੱਥੇ ਸੋਚ ਦੇ ਪੈਰ ਭੁੱਜਦੇ ਹਨ, ਉਥੋਂ ਦਾ ਵਰਣਨ ਜੀਵ ਕਿਸ ਤਰ੍ਹਾਂ ਕਰ ਸਕੇ? ਪੰਡਤ, ਕੁਛ ਚਿੱਤ ਦੀ ਦਸ਼ਾ ਹੀ ਦੱਸੋ ਕਿ ਕੀ ਰਹਿੰਦੀ ਹੈ? ਰਾਜਾ, ਚਿੱਤ ਇੱਕ ਠੰਡੇ ਰਸ ਵਿੱਚ ਰਹਿੰਦਾ ਹੈ। ਕੋਈ ਖਿੱਚ ਰਹਿੰਦੀ ਹੈ ਜੋ ਅਤ ਸੁਆਦ ਲਈ ਪੀੜਾ ਕਰਦੀ ਹੈ। ਪੀੜ ਨਹੀਂ ਕਰਦੀ, ਰਸ ਦੀ ਖਿੱਚ ਐਨੀ ਹੈ ਕਿ ਝੱਲ ਨਹੀਂ ਆਉਂਦੀ। ਖੇੜਾ ਤੇ ਸਵਾਦ ਟੁੱਟਦੇ ਨਹੀਂ। ਪੰਡਤ, ਕੋਈ ਚੇਤਨ? ਰਾਜਾ, ਮਨ ਦੇ ਅਨੇਕ ਚਿੰਤਨ ਟੁੱਟ ਗਏ ਹਨ, ਕੇਵਲ ਇੱਕ ਚਿੰਤਨ ਲਗਾਤਾਰ ਰਹਿੰਦਾ ਹੈ ਔਰ ਉਹ ਕੁਛ ਬੇਖੁਦੀ ਵਿੱਚ ਰੱਖਦਾ ਹੈ। ਇਹ ਬੇਖੁਦੀ ਮੈਥੋਂ ਕਹੀ ਨਹੀਂ ਜਾਂਦੀ। ਪੰਡਤ, ਕੁਛ ਨਸ਼ਾ ਜਿਹਾ ਹੈ ਤੇ ਕਦੇ ਉਹ ਟੁੱਟਦਾ ਵੀ ਹੈ। ਰਾਜਾ, ਨਸ਼ਾ ਨਹੀਂ, ਪਰ ਕੋਈ ਉਚੈਨ ਜਿਹੀ ਦੀ ਪ੍ਰਤੀਤੀ ਹੈ। ਮਨੋਰਾਜ ਨਹੀਂ ਉੱਠਦੇ। ਹਲਕਾਪਨ, ਉਜਲਤਾ, ਸੁੰਦਰਤਾ ਦੀ ਅੰਤਰਾਤਮੇ ਪ੍ਰਤੀਤੀ ਰਹਿੰਦੀ ਹੈ। ਟਿਕਾਓ ਹੈ, ਆਨੰਦ ਹੈ ਟੁੱਟਣੇ ਦਾ ਤਾਂ ਪਤਾ ਨਹੀਂ। ਸ੍ਰੀ ਨਾਨਕ ਚਰਨਾਂ ਦੇ ਦਰਸ਼ਨਾਂ ਦੀ ਅਭਿਲਾਖਾ ਕਦੇ ਇਤਨੀ ਤ੍ਰਿਖੀ ਹੁੰਦੀ ਹੈ ਕਿ ਪ੍ਰੇਮ ਵਿਆਕੁਲ ਕਰ ਦਿੰਦਾ ਹੈ। ਸ੍ਰੀ ਨਾਨਕ, ਇਹ ਕਹਿ ਕੇ ਰਾਜਾ ਦੇ ਨੇਤਰ ਮੁੰਦ ਗਏ। ਨੈਣਾ ਤੋਂ ਨੀਰ ਦਾ ਪ੍ਰਵਾਹ ਟੁਰ ਪਿਆ ਔਰ ਘੜੀ ਭਰ ਅੱਖ ਨਹੀਂ ਖੁੱਲੀ। ਜਦ ਖੁੱਲੀ ਤਾਂ ਪੰਡਤ, ਮੈਂ ਆਪ ਨੂੰ ਖੇਚਲ ਦੇ ਰਿਹਾ ਹਾਂ। ਰਾਜਾ, ਨਹੀਂ ਜੀ। ਪੰਡਤ, ਭਲਾ ਜੀ, ਇਹ ਤਾਂ ਦੱਸੋ, ਸਾਰਾ ਦਿਨ ਜਾਂ ਬਹੁਤ ਸਾਰਾ ਚਿਰ ਆਪ ਰਾਜ ਦਰਬਾਰ ਦਾ ਕੰਮ ਜਿਉਂ ਕਾ ਤਿਉਂ ਕਰਦੇ ਹੋ? ਅੰਨ ਵੀ ਪਾਉਂਦੇ ਹੋ, ਸਰੀਰ ਦੀ ਕਿਰਿਆ ਵੀ ਸਾਧਦੇ ਹੋ। ਤੁਹਾਡਾ ਮਨ ਨਾਲੇ ਏਕ ਚਿੰਤਨ ਕਰਦਾ ਹੈ, ਨਾਲੇ ਇਹ ਸੰਸਾਰ ਦੇ ਸਾਰੇ ਕੰਮ ਕਰਦਾ ਹੈ। ਇਹ ਕਦੇ ਹੋ ਸਕਦਾ ਹੈ? ਮਨ ਇੱਕ ਹੈ, ਇੱਕ ਸਮੇਂ ਤਾਂ ਇੱਕ ਪਾਸੇ ਲੱਗ ਸਕਦਾ ਹੈ। ਰਾਜਾ, ਕਿਆ ਤੁਸੀਂ ਮੰਨਦੇ ਹੋ ਕਿ ਰਾਜਾ ਜਨਕ ਨਾਲੇ ਪੂਰਨ ਭਗਤ, ਪੂਰਨ ਬ੍ਰਹਮ ਗਿਆਨੀ ਸੀ, ਨਾਲੇ ਰਾਜਸੀ ਕੰਮ ਪੂਰੇ ਕਰਦਾ ਸੀ? ਪੰਡਤ, ਜੀ ਹਾਂ। ਰਾਜਾ, ਕੀ ਜਦੋਂ ਉਹ ਰਾਜ ਦਰਬਾਰ ਦਾ ਕੰਮ ਕਰਦਾ ਸੀ ਉਸ ਵੇਲੇ ਭਗਤ ਅਰ ਗਿਆਨੀ ਨਹੀਂ ਸੀ ਰਹਿੰਦਾ? ਅਤੇ ਜਿਸ ਵੇਲੇ ਸੰਗਤ ਵਿੱਚ ਬੈਠਦਾ ਸੀ ਜਾਂ ਆਸਨ ਤੇ ਸਥਿਤ ਹੁੰਦਾ ਸੀ ਉਸ ਵੇਲੇ ਰਾਜਾ ਨਹੀਂ ਸੀ ਰਹਿੰਦਾ? ਪੰਡਤ,
ਨਹੀਂ, ਉਹ ਤਾਂ ਗੀਤਾ ਦੇ ਸਿਧਾਂਤ ਅਨੁਸਾਰ ਕਰਮ ਕਰਦਾ ਨਿਹਕਰਮੀ ਸੀ। ਉਹ ਨਿਸ਼ਕਾਮ ਭਗਤ ਸੀ। ਉਸ ਦੇ ਦੋਨੋਂ ਪੱਖ ਪੂਰਨ ਸੀ। ਰਾਜਾ, ਜਦੋਂ ਕ੍ਰਿਸ਼ਨ ਜੀ ਨੇ ਅਰਜਨ ਜੀ ਨੂੰ ਲੜਨ ਦਾ ਉਪਦੇਸ਼ ਦਿੱਤਾ ਸੀ, ਉਸ ਨੂੰ ਗੀਤਾ ਵਿੱਚ ਸ਼ਸਤਰ ਵਿਦਿਆ ਸਿਖਾਈ ਸੀ ਕਿ ਬ੍ਰਹਮ ਗਿਆਨ, ਔਰ ਬ੍ਰਹਮ ਗਿਆਨ ਵਿੱਚ ਅਰੂੜ ਕਰਕੇ ਲੜਨਾ ਸਿਖਾਇਆ ਸੀ, ਤਾਂ ਉਸ ਦੇ ਮਨ ਨੇ ਕਤਲ ਕੀਤੀ ਸੀ ਕਿ ਗਿਆਨੀ ਹੋ ਕੇ ਧਰਮ ਪਾ ਲਿਆ ਸੀ। ਪੰਡਤ, ਉਸ ਦਾ ਮਨ ਅਲੇਪ ਸੀ। ਪਾਲਿਆ ਉਸਨੇ ਧਰਮ ਸੀ, ਹੋਈ ਚਾਹੋ ਕਤਲ ਸੀ। ਰਾਜਾ, ਤਾਂ ਤੇ ਹੈ ਨਾ ਕੋਈ ਅਵਸਥਾ ਕਿ ਜਿੱਥੇ ਮਨੁੱਖ ਦਾ ਇੱਕ ਮਨ ਇੱਕ ਸਮੇਂ ਦੋ ਕੰਮ ਕਰ ਸਕਦਾ ਹੈ। ਪੰਡਤ, ਹੈ? ਰਾਜਾ, ਨਹੀਂ। ਰਾਜਾ ਜਨਕ ਜੈਸੇ ਗਿਆਨੀ और श्री कृष्ण जी जैसे योगी ਤੋਂ ਛੋਟਾ ਆਪ ਦੁਨੀਆ ਵਿੱਚ ਤੱਕੋ। ਘੜੇ ਉੱਤੇ ਘੜਾ ਤੇ ਉਸ ਪਰ ਹੋਰ ਘੜਾ ਰੱਖ ਕੇ ਪਨਹਾਰੀ ਟੁਰੀ ਆਉਂਦੀ ਹੈ ਤੇ ਨਾਲੇ ਸਹੇਲੀਆਂ ਨਾਲ ਗੱਲਾਂ ਕਰਦੀ ਆਉਂਦੀ ਹੈ। ਕੁੱਛਣ ਬਾਲ ਹੈ, ਉਸ ਨੂੰ ਦੁੱਧ ਦੇਈ ਆਉਂਦੀ ਹੈ। ਨਾਲੇ ਉਸ ਦਾ ਚਿੱਤ ਘੜਿਆਂ ਨੂੰ ਸੇਧ ਵਿੱਚ ਰੱਖਦਾ ਹੈ, ਨਾਲੇ ਸਹੇਲੀ ਦੇ ਪ੍ਰਸ਼ਨਾਂ ਦਾ ਉੱਤਰ ਦਿੰਦਾ ਹੈ। ਕਦੇ ਬਾਜ਼ੀਗਰ ਡਿੱਠਾ ਹੈ? ਨਾਲੇ ਰੱਸੇ ਤੇ ਟੁਰਦਾ ਹੈ, ਨਾਲੇ ਗਾਉਂਦਾ ਹੈ। ਨਾਲੇ ਤਾਂ ਉਸ ਦਾ ਮਨ ਰੱਸੇ ਉੱਤੇ ਆਪਣੇ ਭਾਰ ਨੂੰ ਇੱਕ ਤੁਲ ਰੱਖਦਾ ਹੈ, ਨਾਲੇ ਰਾਗ ਦੇ ਸੁਰਤਾਰ ਵਿੱਚ ਲੱਗ ਕੇ ਉਸ ਨੂੰ ਠੀਕ ਰੱਖਦਾ ਹੈ। ਹੈ ਨਾ ਕੋਈ ਐਸੀ ਦਸ਼ਾ ਕਿ ਇੱਕ ਮਨ ਇੱਕ ਸਮੇਂ ਦੋ ਕੰਮ ਕਰ ਸਕਦਾ ਹੈ? ਮੈਂ ਤੁਸਾਨੂੰ ਕਈ ਵੇਰੀ ਡਿੱਠਾ ਹੈ ਕਿ ਨਾਲੇ ਪਾਨ ਚਬਾ ਰਹੇ ਹੁੰਦੇ ਹੋ, ਨਾਲੇ ਸ਼ਤਰੰਜ ਦੀ ਚਾਲ ਚੱਲ ਰਹੇ ਹੁੰਦੇ ਹੋ। ਪੰਡਤ, ਮਖੌਲ ਤੁਸਾਂ ਵਿਚਾਰ ਵੇਲੇ ਵੀ ਨਾ ਛੱਡਣਾ। ਰਾਜਾ, ਹਾਸੀ ਨਹੀਂ। ਮੈਂ ਚਾਹੁੰਦਾ ਹਾਂ ਤੁਸੀਂ ਸਮਝ ਲਓ ਕਿ ਕੋਈ ਦਸ਼ਾ ਮੈਨੂੰ ਵੀ ਐਸੀ ਲੱਜ ਗਈ ਹੈ ਕਿ ਮੇਰਾ ਮਨ ਇੱਕ ਸਮੇਂ ਦੋ ਕੰਮ ਕਰ ਲੈਂਦਾ ਹੈ। ਪੰਡਤ, ਵਿਸ਼ੇਸ਼ ਖੋਲੋ। ਰਾਜਾ, ਪੰਡਤ ਜੀ, ਤੁਸੀਂ ਐਸੀਆਂ ਦਸ਼ਾ ਦੇ ਜਾਣੂ ਹੋ ਕਿ ਚਿੱਤ ਕਈ ਕੰਮ ਕਰਦਾ ਹੈ। ਹੁਣ ਦੇਖੋ, ਚਿੱਤ ਦੇ ਹੋਰ ਦੋ ਪੱਖ ਹਨ। ਇੱਕ ਇਰਾਦੇ ਸੰਯੁਕਤ ਹੈ, ਇੱਕ ਬਿਨਾਂ ਇਰਾਦੇ ਕੰਮ ਕਰਦਾ ਹੈ। ਪੰਡਤ, ਕਿਕੂ? ਰਾਜਾ, ਇੱਕ ਆਦਮੀ ਮਰ ਗਿਆ ਹੈ, ਸਰੀਰ ਜਿਉਂ ਕਾ ਤਿਉਂ ਹੈ। ਇਸ ਦੇ ਪੇਟ ਵਿੱਚ ਰੋਟੀ ਪਾਓ, ਪਚਦੀ ਨਹੀਂ। ਪੰਡਤ, ਪਚਾਉਣ ਹਾਰਾ ਮਨ ਜੋ ਵਿੱਚ ਨਹੀਂ। ਰਾਜਾ, ਜਦ ਜੀਵਦਾ ਹੈ ਤਦ ਰੋਟੀ ਹਜ਼ਮ ਹੁੰਦੀ ਹੈ। ਸਿੱਧ ਹੋਇਆ ਕਿ ਮਨ ਰੋਟੀ ਨੂੰ ਹਜ਼ਮ ਕਰਦਾ ਹੈ। ਪੰਡਤ, ਸਾਰੀ ਸਰੀਰ ਦੀ ਕਿਰਿਆ ਮਨ ਆਸ਼ਰਿਤ ਹੈ। ਸਾਰੇ ਇੰਦਰੀਆਂ ਨੂੰ, ਸਾਰੇ ਅੰਗਾਂ ਨੂੰ ਮਨ ਹੀ ਸਤਾ ਸਫੁਰਤੀ ਦਿੰਦਾ ਹੈ। ਰਾਜਾ, ਪਰ ਇਹ ਤਾਂ ਦੱਸੋ, ਕਦੇ ਤੁਸਾਂ ਰੋਟੀ ਖਾ ਕੇ ਸੰਕਲਪ ਦੇ ਕੇ, ਧਿਆਨ ਦੇ ਕੇ ਰੋਟੀ ਹਜ਼ਮ ਕੀਤੀ ਹੈ ਕਿ ਭੁੱਖ ਆਸਰੇ ਰੋਟੀ ਖਾਧੀ ਹੈ? ਰੋਟੀ ਪੇਟ ਵਿੱਚ ਗਈ, ਤੁਸੀਂ ਹੋਰ ਆਹਰੇ ਲੱਗ ਗਏ। ਸ਼ਾਮ ਨੂੰ ਵਿਹਲੇ ਹੋਏ, ਦੇਖਿਆ ਤਾਂ ਭੁੱਖ ਲੱਗੀ ਹੋਈ ਹੈ। ਤਦੋਂ ਪਤਾ ਲੱਗਾ ਕਿ ਰੋਟੀ ਹਜ਼ਮ ਹੋ ਗਈ ਹੈ। ਹਜ਼ਮ ਤਾਂ ਤੁਹਾਡੇ ਮਨ ਨੇ ਕੀਤੀ ਹੈ, ਪਰ ਮਨ ਤੁਹਾਡਾ ਸਾਰਾ ਦਿਨ ਸੰਸਾਰ ਦਾ ਵਿਹਾਰ ਕਰਦਾ ਰਿਹਾ ਹੈ। ਰੋਟੀ ਮਨ ਨੇ ਕਿਸ ਤਰ੍ਹਾਂ ਹਜ਼ਮ ਕਰ ਲਈ ਹੈ? ਹੈ ਨਾ ਮਨ ਦਾ ਕੋਈ ਹੋਰ ਐਸਾ ਪਹਿਲੂ ਕਿ ਸਾਡੇ ਇਰਾਦੇ ਜਾਂ ਸੰਕਲਪ ਤੋਂ ਬਿਨਾਂ ਵੀ ਕੰਮ ਕਰਦਾ ਰਹਿੰਦਾ ਹੈ, ਜਿੱਥੇ ਸਾਨੂੰ ਕਿਸੇ ਇਰਾਦੇ ਨਾਲ ਸਤਾ ਦੇਣ ਦੀ ਲੋੜ ਨਹੀਂ? ਪੰਡਤ ਹੈਰਾਨ ਹੋ ਕੇ, ਹੈ ਤਾਂ ਸਹੀ। ਰਾਜਾ, ਫਿਰ ਸਿੱਧ ਹੋਇਆ ਕਿ ਜਾਂ ਤਾਂ ਮਨ ਦੋ ਹਨ, ਇੱਕ ਸਾਡੇ ਇਰਾਦੇ ਤੋਂ ਬਿਨਾਂ ਕੰਮ ਕਰਦਾ ਹੈ ਤੇ ਦੂਜਾ ਸਾਡੇ ਇਰਾਦੇ ਜਾਂ ਸੰਕਲਪ ਨਾਲ ਕੰਮ ਕਰਦਾ ਹੈ, ਜਾਂ ਮਨ ਇੱਕੋ ਹੈ ਤੇ ਉਸ ਦੇ ਪਹਿਲੂ ਦੋ ਹਨ, ਜਾਂ ਉਸ ਦੇ ਕੋਈ ਅੰਗ ਐਸੇ ਦੋ ਹਨ ਕਿ ਇੱਕ ਬਿਨ ਇਰਾਦੇ ਕੰਮ ਕਰਦਾ ਹੈ ਤੇ ਇੱਕ ਇਰਾਦੇ ਨੂੰ ਪਾ ਕੇ ਕੰਮ ਕਰਦਾ ਹੈ। ਸਾਨੂੰ ਇਰਾਦੇ ਵਾਲੇ ਮਨ ਦਾ ਪਤਾ ਹੈ, ਪਰ ਦੂਏ ਦੇ ਕੰਮਕਾਜ ਦਾ ਸਿੱਧਾ ਪਤਾ ਕੋਈ ਨਹੀਂ, ਅਨੁਮਾਨ ਆਦਿਕ ਨਾਲ ਪਤਾ ਲੱਗਦਾ ਹੈ। ਪੰਡਤ, ਠੀਕ ਹੈ। ਰਾਜਾ, ਤਦ ਫੇਰ ਮਨ ਨੂੰ ਜਾਂ ਦੋ ਕਹੋ, ਜਾਂ ਦੋ ਪਹਿਲੂਆ ਕਹੋ, ਜਾਂ ਦੋ ਸ਼ਕਤੀਆਂ ਵਾਲਾ ਕਹੋ, ਜਾਂ ਕੋਈ ਹੋਰ ਗੱਲ ਆਖੋ। ਪੰਡਤ, ਆਪ ਦਾ ਸਿਧਾਂਤ ਕੀ ਹੈ? ਰਾਜਾ, ਮੇਰਾ ਸਿਧਾਂਤ ਤਾਂ ਆਪ ਅਜੇ ਸਮਝ ਨਹੀਂ ਸਕੋਗੇ। ਹਾਂ, ਆਪ ਦੇ ਪ੍ਰਸ਼ਨਾਂ ਦਾ ਉੱਤਰ ਹੈ ਕਿ ਜੇ ਮਨ ਇੱਕ ਹੈ ਤਾਂ ਇਸ ਦੇ ਗੁਣ, ਸੁਭਾਅ, ਸ਼ਕਤੀਆਂ ਅਨੇਕ ਹੋ ਸਨ। ਇੱਕ ਸਮੇਂ ਵਿੱਚ ਕਿਸੇ ਸ਼ਕਲ ਵਿੱਚ ਦੋ ਕੰਮ ਕਰ ਸਕਦਾ ਹੈ, ਔਰ ਇਹ ਕਿ ਗੈਰ ਇਰਾਦੀ ਤਾਕਤ ਵਾਲਾ ਤਾਂ ਸਦਾ ਮਨ ਅੰਦਰਲੇ ਪ੍ਰਬੰਧ ਵਿੱਚ ਲੱਗਾ ਰਹਿੰਦਾ ਹੈ, ਔਰ ਇਰਾਦੀ ਤਾਕਤ ਵਾਲਾ ਸਮਝ ਕੇ ਕੰਮ ਕਰਦਾ ਹੈ।
ਇਹ ਸਮਝਦੇ ਕੰਮ ਨੂੰ ਵੀ ਮੈਂ ਸਿੱਧ ਕੀਤਾ ਹੈ ਕਿ ਇੱਕ ਵਕਤ ਵਿੱਚ ਦੋ ਹੋ ਸਕਦੇ ਹਨ, ਤਾਂ ਤੇ ਐਸੀ ਹਾਲਤ ਵਿੱਚ ਮੁਮਕਿਨ ਹੈ ਕਿ ਮਨ ਇੱਕ ਸਮੇਂ ਵਿੱਚ ਦੋ ਕੰਮ ਕਰ ਸਕੇ। ਫਿਰ ਆਪ ਗਿਆਨੀ ਚਿੱਤ, ਧਿਆਨਤ ਚਿੱਤ, ਨਿਸ਼ਕਾਮ ਚਿੱਤ ਦੀ ਸ਼ਕਤੀ ਦਾ ਵੀ ਵਿਚਾਰ ਕਰੋ। ਪੰਡਤ ਜੀ ਹੁਣ ਸੋਚਦੇ ਤਾਂ ਰਹੇ, ਪਰ ਕੋਈ ਗੱਲ ਫੁਰੀ ਨਾ। ਗੱਲ ਉਲਟਾਈ ਤੇ ਐਂ ਬੋਲੇ, ਹੇ ਰਾਜਨ, ਤੁਸੀਂ ਧਰਮ ਤੁਰੰਤਰ ਹੋ। ਗੋਰੰਗ ਸਵਾਮੀ ਜੀ ਜਦ ਰਾਮੇਸ਼ਵਰ ਆਏ ਤਦ ਆਪ ਦਰਸ਼ਨ ਮਾਤਰ ਵਾਸਤੇ ਨਹੀਂ ਗਏ ਸੀ। ਆਪ ਆਖਦੇ ਸੀ ਕਿ ਸਾਡੇ ਮਤ ਦਾ ਨਹੀਂ ਹੈ, ਤੇ ਹੁਣ ਆਪ ਚੁੱਪਚਾਪ ਧਰਮਹੀਨ ਹੋ ਰਹੇ ਹੋ। ਰਾਜਾ, ਪੰਡਤ ਜੀ, ਆਪ ਦਾ ਸਤਕਾਰ ਮੈਨੂੰ ਰੋਕਦਾ ਹੈ ਕਿ ਮੈਂ ਕੁਝ ਕਹਾਂ, ਪਰ ਆਪ ਐਸੇ ਕਠੋਰ ਵਾਕ ਨਾ ਉਚਾਰੀਏ। ਮੈਂ ਧਰਮਹੀਨ ਨਹੀਂ ਹੋ ਰਿਹਾ। ਪੰਡਤ, ਤੁਸੀਂ ਹੁਣ ਨਾਨਕ ਉਪਾਸ਼ਕ ਹੋ ਗਏ ਹੋ, ਪਰ ਐਸੇ ਹੋਣ ਵਿੱਚ ਆਪਣੇ ਧਰਮ ਤੋਂ ਉਪਰਾਮ ਹੋ। ਰਾਜਾ, ਪੰਡਤ ਜੀ, ਇਹ ਤਰੀਕਾ ਗੱਲ ਕਰਨ ਦਾ ਇਸ ਤਰ੍ਹਾਂ ਦਾ ਠੀਕ ਨਹੀਂ। ਮੈਨੂੰ ਨਾਨਕ ਪ੍ਰੇਮ ਦਾ ਆਵੇਸ਼ ਹੋਇਆ ਹੈ, ਇਹ ਸੱਚ ਹੈ, ਪਰ ਇਸ ਹੋਣ ਵਿੱਚ ਮੇਰੇ ਅੰਦਰ ਕਿਸੇ ਨਾਲ ਦੁਐਖ ਉਤਪੰਨ ਨਹੀਂ ਹੋਈ। ਜਦ ਦੁਐਖ ਨਹੀਂ ਹੈ ਤਾਂ ਮੈਂ ਧਰਮੀ ਹਾਂ। ਨਾ ਜਿਸ ਨੇ ਮੈਨੂੰ ਪ੍ਰੇਮ ਦੀ ਖਬਰ ਪਾਈ ਉਸਨੇ ਕੋਈ ਦੁਐਖ ਦੀ ਗੱਲ ਮੇਰੇ ਨਾਲ ਕੀਤੀ। ਕੋਈ ਖੰਡਨ ਮੰਡਨ ਉਸਨੇ ਨਹੀਂ ਕੀਤਾ। ਕਿਸੇ ਪ੍ਰਕਾਰ ਦੀ ਘਿਰਣਾ, ਕਿਸੇ ਪ੍ਰਕਾਰ ਦੀ ਦੁਐਖ, ਗਿਲਾਨੀ ਉਸ ਮੈਨੂੰ ਨਹੀਂ ਸਿਖਾਈ। ਉਸਨੇ ਨਾਮ ਲਿਆ ਨਾਨਕ ਤੇ ਮੈਨੂੰ ਧੂ ਪੈ ਗਈ। ਉਸਨੇ ਕੀਰਤੀ ਕੀਤੀ, ਮੈਨੂੰ ਪਿਆਰ ਪੈ ਗਿਆ। ਉਸਨੇ ਉਹਨਾਂ ਦੀ ਵਿਥਿਆ ਸੁਣਾਈ, ਮੈਨੂੰ ਉਹ ਆਪਣੇ ਲੱਗ ਪਏ। ਪੰਡਤ, ਕਿਆ ਉਸ ਪਾਸ ਕੋਈ ਜਾਦੂਗਰੀ ਸੀ? ਰਾਜਾ, ਜਾਦੂਗਰ ਤਾਂ ਅਸੁਰੀ ਸੰਪਦਾ ਦੇ ਖਿਲਾਰੀ ਹਨ। ਉਸ ਦਾ ਕਾਰ ਵਿਹਾਰ ਆਚਰਨ ਸ਼ੁੱਧ ਸੀ। ਉਸ ਦੇ ਸ਼ੁਭ ਕਰਮ ਵੀ ਨਿਸ਼ਕਾਮ ਸੀ। ਉਸ ਦੇ ਅੰਦਰ ਰਸ ਭਰੀ ਤੇ ਠੰਡੀ ਇਕਾਗਰਤਾ ਸੀ, ਤੇ ਸਭ ਤੋਂ ਵੱਧ ਕੇ ਉਸ ਦੇ ਅੰਦਰ ਕੋਈ ਜੀਵ ਦੀ ਕਣੀ, ਕੋਈ ਆਤਮ ਰੌਂ ਸੀ, ਤੇ ਕੋਈ ਐਸਾ ਉੱਚਾ ਚਮਤਕਾਰ ਸੀ ਜੋ ਨਿਰੋਲ ਆਤਮਕ ਸੀ। ਜੋ ਕੁਝ ਇਹ ਸੀ, ਇਸ ਨੂੰ ਜਾਦੂਗਰੀ ਨਹੀਂ ਕਿਹਾ ਜਾ ਸਕਦਾ, ਤੇ ਜੇ ਜਾਦੂ ਸੀ ਤਾਂ ਇਹ ਸੀ ਕਿ ਉਹ ਜੀਉਂਦਾ ਸੀ ਔਰ ਆਪਣੇ ਸਪਰਸ਼ ਨਾਲ ਜੀਵਨ ਦਾਨ ਕਰਦਾ ਸੀ। ਪੰਡਤ, ਮੈਨੂੰ ਸਮਝ ਨਹੀਂ ਪੈਂਦੀ। ਇੱਕ ਜੀਵ ਆਤਮਾ ਜਾਂ ਪੁਰਖ, ਇੱਕ ਮਨ, ਇੱਕ ਸਰੀਰ ਤਾਂ ਹੋਏ, ਇੱਕ ਹੋਰ ਜੀਵਨ ਕਿਹਾ। ਰਾਜਾ, ਜੀਵਾਤਮਾ, ਮਨ ਤੇ ਸਰੀਰ ਤਾਂ ਹਰ ਕਿਸੇ ਨੂੰ ਪ੍ਰਾਪਤ ਹੈ, ਤੇ ਪਰਮਾਤਮਾ ਵੀ ਸਭ ਵਿੱਚ ਵਿਆਪਕ ਹੈ, ਪਰ ਸਾਰੇ ਰਸੀਏ ਨਹੀਂ, ਖਿੜੇ ਹੋਏ ਨਹੀਂ, ਆਨੰਦ ਨਹੀਂ, ਬੇਖੁਦੀ ਦੇ ਆਲਮ ਵਿੱਚ ਨਹੀਂ, ਅਨੇਕ ਚਿੰਤਨ ਤੋਂ ਮੁਕਤ ਨਹੀਂ, ਖਿੱਚ ਵਿੱਚ ਨਹੀਂ, ਪ੍ਰੇਮ ਦੇ ਹੁਲਾਰੇ ਵਿੱਚ ਨਹੀਂ, ਸੋਚ ਮੰਡਲ ਤੋਂ ਪਾਰ ਨਹੀਂ, ਆਸ ਅੰਦੇਸੇ ਤੋਂ ਛੁੱਟੇ ਹੋਏ ਨਹੀਂ। ਪੰਡਤ ਘਬਰਾ ਕੇ ਤੇ ਫਿਰ ਗਲ ਵਟਾ ਕੇ, ਤੇ ਜੇ ਉਹ ਐਸਾ ਸੀ ਤਾਂ ਪੰਜਾਬ ਦੀ ਧਰਤੀ ਤੋਂ ਟੁਰ ਕੇ ਜਿੱਥੇ ਆਖਦੇ ਹਨ ਕਿ ਦੁੱਧ ਦੀ ਨਹਿਰ ਵਗਦੀ ਹੈ ਤੇ ਕਣਕ ਦੇ ਟਿੱਲੇ ਖੜੇ ਹਨ, ਇੱਥੇ ਕਿਉਂ ਆਇਆ ਸੀ? ਜੇ ਆਸ ਅੰਦੇਸੇ ਤੋਂ ਨਿਹਕੇਵਲ ਹੈ ਤਾਂ ਇੱਥੇ ਮਾਲ ਵੇਚ ਕੇ, ਮਾਇਆ ਖੱਟ ਕੇ, ਲੜ ਬਨ ਕੇ ਘਰ ਕਾਸ ਨੂੰ ਲੈ ਗਿਆ ਹੈ। ਰਾਜਾ, ਅਨੇਕਾਂ ਹਨ ਜੋ ਮਾਇਆ ਤੋਂ ਅਤੀਤ ਵਿਚਰਦੇ ਹਨ, ਜੋ ਪੈਸੇ ਨੂੰ ਹੱਥ ਨਹੀਂ ਲਾਉਂਦੇ, ਜੋ ਤਿਆਗੀ ਹਨ, ਪਰ ਫਿਰ ਆਸ ਅੰਦੇਸੇ ਵਿੱਚ ਹਨ। ਪੰਡਤ, ਇਸ ਦਾ ਕੀ ਅਰਥ? ਰਾਜਾ, ਅਰਥ ਇਹ ਹੈ ਕਿ ਪਦਾਰਥ ਦਾ ਜ਼ਾਹਿਰੀ ਤਿਆਗ ਜਾਂ ਗ੍ਰਹਿਣ ਕੋਈ ਆਤਮ ਜੀਵਨ ਦੀ ਨਿਸ਼ਾਨੀ ਪੱਕੀ ਨਹੀਂ ਹੈ। ਬੰਦ ਮੁਕਤ ਗ੍ਰਹਿਣ ਤਿਆਗ ਸੁਰਤ ਦਾ ਹੈ। ਜੇ ਉਹ ਧਰਮ ਦੀ ਕਮਾਈ ਕਰਦਾ ਹੈ, ਪਰਾਇਆ ਹੱਕ ਨਹੀਂ ਖਾਂਦਾ, ਜੋ ਘਾਲ ਕੇ ਖੜਦਾ ਹੈ, ਉਸ ਨਾਲ ਸਰੀਰ ਦਾ ਨਿਰਬਾਹ ਟੋਰਦਾ ਹੈ ਤੇ ਫਿਰ ਹੱਥੋਂ ਦੇਂਦਾ ਹੈ ਤੇ ਦੂਸਰੇ ਦਾ ਭਲਾ ਕਰਦਾ ਹੈ, ਉਸ ਦੇ ਅੰਦਰ ਘਾਟੇ ਨਫੇ ਦਾ ਹਰਕ ਸ਼ੋਕ ਘੇਰਾ ਨਹੀਂ ਪਾਉਂਦਾ, ਤਾਂ ਉਸ ਦਾ ਗ੍ਰਹਿਣ ਸਫਲ ਹੈ। ਜੇ ਕੋਈ ਤਿਆਗੀ ਹੈ ਤੇ ਇਹ ਸੰਘਾਰ ਵਿੱਚ ਹੈ ਕਿ ਮੈਂ ਤਿਆਗੀ ਹਾਂ, ਔਰ ਤਿਆਗ ਕਰਕੇ ਸਰੀਰਕ ਲੋੜਾਂ ਦੇ ਪੂਰੀਆਂ ਨਾ ਹੋਣ ਵੇਲੇ ਥੁੜ ਕੇ ਬੈਠਦਾ ਤੇ ਸੜਦਾ ਹੈ ਕਿ ਹਾਏ ਮੇਰੀ ਲੋੜ ਕਿਉਂ ਪੂਰੀ ਨਹੀਂ ਹੋਈ। ਹਾਂ, ਮੈਂ ਕਹਿੰਦਾ ਹਾਂ, ਜੋ ਤਿਆਗੀ ਹੈ ਤੇ ਤਿਆਗ ਵਿੱਚ ਕੁੜਦਾ ਹੈ, ਸੰਤੁਸ਼ਟ ਨਹੀਂ ਹੈ, ਉਸ ਦਾ ਤਿਆਗ ਨਿਸ਼ਫਲ ਹੈ। ਪੰਡਤ, ਰਾਜਾ, ਉਸ ਨੂੰ ਪਦਾਰਥ ਦਾ ਲੋਭ ਨਾ ਹੋਊ, ਕੋਈ ਹੋਰ ਪਕੜ ਹੋਵੇਗੀ।
ਚਾਹੁੰਦਾ ਹੋਊ ਕਿ ਰਾਜਾ ਜੇ ਸਾਡੇ ਮਤ ਵਿੱਚ ਆ ਜਾਵੇ ਤਾਂ ਅਸੀਂ ਰਾਜ ਮਤ ਵਾਲੇ ਹੋ ਜਾਵਾਂਗੇ। ਐਉਂ ਭਲਾ ਜੇ ਨਿਸ਼ਕਾਮ ਪਰਉਪਕਾਰੀ ਸੀ ਤਾਂ ਇੱਥੋਂ ਦੇ ਗਰੀਬਾਂ ਨੂੰ ਕਿਉਂ ਨਾ ਧਰਮ ਸਿਖਾਲਦਾ ਰਿਹਾ। ਰਾਜਾ ਨੂੰ ਹੀ ਪ੍ਰੇਰ ਕੇ ਕੀ ਲੈਣਾ ਸਾਸੂ। ਰਾਜਾ ਤਾਂ ਗਰੀਬ ਵਧੀਕ ਹੱਕਦਾਰ ਹਨ ਤੇ ਰਾਜਾ ਜ਼ਰੂਰ ਨਰਕ ਨੂੰ ਜਾਵੇ। ਹੱਸ ਕੇ, ਕਿਉਂ ਪੰਡਤ ਜੀ? ਖੈਰ, ਇਹ ਗੱਲ ਤਾਂ ਕੁਛ ਹਾਸੇ ਦੀ ਵੀ ਹੈ। ਵਾਕਿਆਤ ਤੇ ਵਿਚਾਰ ਕਰੋ। ਭਾਈ ਮਨਸੁਖ ਸਾਡੇ ਦੇਸ਼ ਵਪਾਰ ਕਰਨ ਆਉਂਦਾ ਹੈ, ਨਿਜ ਦੇਸ਼ ਦਾ ਸੌਦਾ ਇੱਥੇ ਵੇਚਦਾ ਹੈ ਤੇ ਇਥੋਂ ਦਾ ਮਾਲ ਲਾਹੌਰ ਲੈ ਜਾਂਦਾ ਹੈ। ਜਦ ਕਦੇ ਖਿਆਲ ਆਇਆ ਵਪਾਰ ਕਰਕੇ ਟੁਰ ਗਿਆ। ਨਾ ਰਾਜਾ ਨਾ ਰੰਕ, ਉਸਨੇ ਕਦੇ ਕਿਸੇ ਨਾਲ ਧਰਮ ਦੀ ਬਾਤ ਨਹੀਂ ਕੀਤੀ, ਕਿਸੇ ਦਾ ਖੰਡਨ ਮੰਡਨ ਨਹੀਂ ਕੀਤਾ, ਕਦੇ ਹੋਕਰਾ ਨਹੀਂ ਦਿੱਤਾ ਕਿ ਮੈਂ ਧਰਮ ਦਾ ਆਗੂ ਹਾਂ। ਇਸ ਵੇਰ ਤੁਹਾਡੇ ਸਥਾਪਨ ਕੀਤੇ ਹੋਏ ਕਰਮਕਾਂਡ ਦੇ ਬ੍ਰਤ ਆਦਿ ਜਦ ਉਸਨੇ ਨਹੀਂ ਕੀਤੇ ਤਾਂ ਮੇਰੇ ਪਾਸ ਨਾਲਿਸ਼ ਹੋਈ। ਮੈਂ ਉਸਨੂੰ ਦੋਸ਼ੀ ਜਾਣ ਕੇ ਬੁਲਾਇਆ। ਉਹ ਬਹਿਸੀਅਤ ਮੁਜਰਮ ਮੇਰੇ ਪਾਸ ਆਇਆ, ਪਰ ਉਸ ਦੇ ਅੰਦਰ ਲੁਕਵਾਂ ਬਲ ਸੀ, ਕੋਈ ਦਬੀ ਹੋਈ ਆਤਮਕ ਆਵੇ ਦੀ ਅੱਗ ਸੀ ਜੋ ਉਹ ਡੋਲਿਆ ਨਹੀਂ, ਸਗੋਂ ਧੀਰਜ ਤੇ ਗੰਭੀਰਤਾ ਨਾਲ ਆਇਆ। ਮੇਰੇ ਪ੍ਰਸ਼ਨਾਂ ਦੇ ਉੱਤਰ ਉਸਨੇ ਪ੍ਰੇਮ ਪੂਰਵਕ ਦਿੱਤੇ। ਜਦ ਉਸਦੇ ਵਾਕ ਮੈਨੂੰ ਭਾਏ ਤੇ ਉਸਦੇ ਵਿਸ਼ਵਾਸ ਨੇ ਮੈਨੂੰ ਸਵਾਦ ਦਿੱਤਾ ਤਾਂ ਮੈਂ ਉਸਦੇ ਧਰਮ ਦਾ ਹਾਲ ਪੁੱਛਿਆ। ਤੁਹਾਡੇ ਸਾਹਮਣੇ ਉਸਨੇ ਉੱਤਰ ਦਿੱਤੇ। ਜਦ ਮੈਨੂੰ ਉਹ ਪਿਆਰਾ ਲੱਗਾ ਤੇ ਮੈਂ ਉਸਦੇ ਧਰਮ ਦੇ ਗੁਰੂ ਦਾ ਨਾਂ ਪੁੱਛਿਆ ਤਾਂ ਉਸਨੇ ਆਪਣੇ ਅਪਾਰ ਪ੍ਰੇਮ ਦੇ ਧਨੁਖ ਤੇ ਚਾੜ ਕੇ ਇਸ ਤਰ੍ਹਾਂ ਆਪਣੇ ਪ੍ਰੀਤਮ ਦਾ ਨਾਂ ਸਲਿਆ ਕਿ ਮੇਰੇ ਕਲੇਜੇ ਪੁੜ ਗਿਆ। ਫਿਰ ਮੈਂ ਮਿੰਨਤਾਂ ਕਰਕੇ ਉਸ ਤੋਂ ਪ੍ਰੇਮ ਦੀ ਕਣੀ ਦਾ ਦਾਨ ਮੰਗਿਆ। ਉਸਨੇ ਕਈ ਉਜ਼ਰ ਕੀਤੇ, ਛੇਕੜ ਮੇਰੀ ਸਿੱਖ ਸੱਚੀ ਵੇਖ ਕੇ ਉਸਨੇ ਜੀਵਨ ਕਣੀ ਦਾਨ ਕੀਤੀ। ਮੈਂ ਰਾਜ ਪਾਟ ਤਿਆਗ ਕੇ ਭਿਖਿਊ ਬਣ ਕੇ ਉਸਦੇ ਨਾਲ ਪੰਜਾਬ ਜਾਣੇ ਨੂੰ ਤਿਆਰ ਸਾਂ, ਪਰ ਉਸ ਫੁੱਲਾਂ ਨੂੰ ਬੂਟਿਆਂ ਨਾਲੋਂ ਨਾ ਤੋੜਨ ਵਾਲੇ ਸੰਨਿਆਸੀ ਨੇ ਮੈਨੂੰ ਡਾਲੀ ਨਾਲ ਲੱਗਿਆਂ ਹੀ ਸੁਗੰਧਿਤ ਕਰ ਦਿੱਤਾ ਤੇ ਆਖਿਆ, ਗ੍ਰਸਤ ਵਿੱਚ ਰਹੋ, ਰਾਜ ਧਰਮ ਪਾਲੋ, ਸਤਿਗੁਰ ਪ੍ਰੇਮ ਦੀ ਆਨ ਵਾਲਾ ਆਪ ਆ ਕੇ ਮਿਲੇਗਾ। ਇਸ ਗੱਲ ਵਿੱਚ ਮੈਨੂੰ ਉਸ ਧਾਰਮਿਕ ਪੁਰਖ ਵਿੱਚ ਕੋਈ ਕਾਮਨਾ ਵਸਦੀ ਨਹੀਂ ਦਿਸੀ, ਨਾ ਉਸਨੂੰ ਮੇਰੇ ਪਦਾਰਥ ਦੀ ਲੋੜ ਸੀ। ਇੱਕ ਪਾਈ ਉਸਨੇ ਮੈਥੋਂ ਗ੍ਰਹਿਣ ਨਹੀਂ ਕੀਤੀ। ਮੇਰੇ ਰਾਜ ਦਾ ਉਸਨੂੰ ਲਾਹੌਰ ਵਿੱਚ ਕੀ ਸੁੱਖ ਤੇ ਮੇਰਾ ਰਾਜ ਹੈ ਕੀ ਚੀਜ਼। ਮੇਰੀ ਵਿਦਿਆ ਦਾ ਉਸਨੂੰ ਕੀ ਲਾਭ। ਉਹ ਰਸਹੀਨ ਵਿਦਿਆ ਨੂੰ ਕੇਵਲ ਤੋਤਾ ਬਣਾਉਣ ਵਾਲੀ ਵਿਦਿਆ ਨੂੰ ਪਸੰਦ ਨਹੀਂ ਕਰਦਾ ਸੀ ਤੇ ਉਸਦੇ ਗੁਰੂ ਦੇ ਦੁਆਰੇ ਕਈ ਮੁੱਲਾਂ, ਕਾਜ਼ੀ ਤੇ ਪੰਡਤ ਪਾਂਦੇ ਸਿੱਖ ਮੌਜੂਦ ਹਨ। ਪਰਮੇਸ਼ਰ ਦੇ ਪ੍ਰੇਮ ਤੋਂ ਸਖਣੀ ਵਿਦਿਆ ਦਾ ਜਦ ਉਸਦੀ ਨਜ਼ਰ ਵਿੱਚ ਮੁੱਲ ਹੀ ਕੁਛ ਨਹੀਂ ਸੀ ਤਾਂ ਉਹਨੂੰ ਮੇਰੀ ਵਿਦਿਆ ਦਾ ਕੀ ਲੋਭ ਸੀ। ਮੇਰਾ ਬਾਹੂਬਲ ਲਾਹੌਰ ਦੇ ਸਪਤ ਸਿੰਧੂ ਧਰਤੀ ਨੂੰ ਯਮਨਾ ਤੋਂ ਛੁਡਾ ਹੀ ਨਹੀਂ ਸਕਦਾ। ਸੋ ਉਸਨੂੰ ਮੇਰੇ ਪਦਾਰਥ, ਵਿਦਿਆ, ਬਲ, ਤੈਹਾਂ ਸ਼ਹਿਆਂ ਦਾ ਲੋਭ ਨਹੀਂ ਸੀ। ਜੇ ਕੁਛ ਉਸਦੇ ਅੰਦਰ ਸੀ ਤਾਂ ਮਿਹਰ ਸੀ, ਬਲੀਦਾਨ ਸੀ, ਆਪਾ ਵਾਰਨ ਸੀ। ਉਸਨੇ ਆਪਣੇ ਜੀ ਵਿੱਚੋਂ ਮੈਨੂੰ ਜੀਦਾਨ ਦੇ ਕੇ ਜਿਵਾ ਲਿਆ। ਉਹ ਮਨ ਸੁਖ ਸੀ, ਉਹਨ ਮੇਰਾ ਮਨ ਸੁਖੀ ਕਰ ਦਿੱਤਾ। ਉੱਪਰ ਨੂੰ ਤੱਕ ਕੇ, ਹੇ ਮਨ ਸੁਖ ਤੂੰ ਜੁਗ ਜੁਗ ਜੀਓ। ਹੇ ਮਨ ਸੁਖ ਤੂੰ ਸਦਾ ਠੰਡਾ ਥੀਓ। ਹੇ ਦਾਤਾ ਤੂੰ ਸਦਾ ਖੁਸ਼ ਥੀਓ। ਜਿਨ ਮੈਨੂੰ ਸੁਖ ਦਿੱਤਾ, ਰਹਿੰਦੇ ਜੁਗਾਂ ਤਾਈਂ ਜੀਓ। ਇਹ ਕਹਿੰਦਾ ਰਾਜਾ ਬੇਬਲ ਹੋ ਗਿਆ ਔਰ ਕਿਤਨਾ ਕਾਲ ਮੂੰਹੋਂ ਸ਼ੁਕਰ ਸ਼ੁਕਰ ਕਰਦਾ ਰਿਹਾ ਔਰ ਨੈਣ ਹੰਝੂ ਘੇਰਦੇ ਰਹੇ। ਜਦ ਅੱਖ ਖੁੱਲੀ ਤਾਂ ਕੀ ਵੇਖੇ ਕਿ ਪੰਡਤ ਵੀ ਰੋ ਰਿਹਾ ਹੈ। ਰਾਜਾ, ਪੰਡਤ ਜੀ ਮੈਂ ਤਾਂ ਸ਼ੁਦਾਈ ਹੋ ਗਿਆ, ਆਪ ਕਿਉਂ ਰੋਏ? ਪੰਡਤ, ਦੇਸ਼ ਦੇ ਅਭਾਗ ਦੇਖ ਕੇ ਰੋ ਰਿਹਾ ਹਾਂ। ਹੁਣ ਧਰਮ ਟੁਰ ਜਾਏਗਾ, ਸਦਾ ਸ਼ਿਵ ਦੇ ਮੰਦਰ ਢਹਿ ਜਾਣਗੇ, ਹੋਮ ਜਗ ਨਹੀਂ ਰਹਿਣਗੇ, ਤੀਰਥ ਬ੍ਰਤ ਪੂਜਾ ਬਿਲਾ ਜਾਣਗੇ, ਦੇਸ਼ ਨਾਸਤਕ ਹੋ ਜਾਵੇਗਾ। ਰਾਜਾ, ਬਿਰਥਾ ਪ੍ਰਲਾਪ ਦਾ ਲਾਭ ਨਹੀਂ। ਦੇਸ਼ ਨਾਸਤਕ ਰਾਜਾ ਅਸ਼ੋਕ ਦੇ ਵਕਤ ਦਾ ਹੈ, ਜਦੋਂ ਤੋਂ ਸਾਰੇ ਬੋਧ ਹੋ ਗਏ ਸੀ। ਇਹ ਮੇਰੀ ਧਰਤੀ ਦਾ ਟੁਕੜਾ ਹਿੰਦੂ ਮਤ ਦਾ ਹੈ। ਸੋ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਕਿਸੇ ਆਠਾ ਗ੍ਰਹਿ ਵਿੱਚ ਨਹੀਂ। ਮੈਨੂੰ ਤਵੱਸਬ ਨਹੀਂ ਸਿਖਾਇਆ ਗਿਆ, ਮੈਨੂੰ ਦੁਐਖ ਤੇ ਘਿਰਣਾ ਦਾ ਸਬਕ ਨਹੀਂ ਮਿਲਿਆ।
ਮੇਰੀ ਪ੍ਰਜਾ ਵਿੱਚ ਜੋ ਜਿਸ ਦਾ ਧਰਮ ਹੈ ਉਸ ਦੀ ਉਸ ਨੂੰ ਸੁਤੰਤਰਤਾ ਹੈ ਤੇ ਸਦਾ ਰਹੇਗੀ। ਮੈਂ ਕਿਸੇ ਪਰ ਜ਼ਬਰ ਨਹੀਂ ਕਰਨਾ। ਪੰਡਿਤ ਜੀ, ਤੁਸੀਂ ਭੁੱਲ ਰਹੇ ਹੋ, ਮੈਂ ਕੋਈ ਸੰਸਾਰਕ ਰਾਗ ਦੁਆਖ ਵਿੱਚ ਨਹੀਂ ਹਾਂ। ਆਪ ਅਨਿਆਏ ਕਰ ਰਹੇ ਹੋ ਜੋ ਮੈਨੂੰ ਦੁਆਖ ਵਿੱਚ ਸਮਝ ਰਹੇ ਹੋ। ਮੈਂ ਬੇਵੱਸਾ ਕਿਸੇ ਜ਼ਬਰਦਸਤ ਜੀਵਨ ਦੀ ਤਾਕਤ ਵੱਲ ਖਿੱਚਿਆ ਜਾ ਰਿਹਾ ਹਾਂ। ਤੁਸੀਂ ਧਰਮ ਉਪਦੇਸ਼ ਹੁੰਦਾ ਸਮਝਦੇ ਹੋ। ਮੈਨੂੰ ਇਹ ਦੱਸਿਆ ਹੈ ਕਿ ਧਰਮ ਪ੍ਰੇਮ ਹੈ। ਇਹ ਇੱਕ ਤਾਕਤ ਹੈ, ਇੱਕ ਸ਼ਕਤੀ ਹੈ, ਇੱਕ ਜੀਵਨ ਦਾ ਰਸ ਹੈ, ਇੱਕ ਤੇਜ ਜਾਂ ਆਨੰਦ ਹੈ। ਪੰਡਤ, ਫਿਰ ਸ਼ਾਸਤਰ ਝੂਠੇ ਹਨ? ਰਾਜਾ, ਮੈਂ ਤਾਂ ਐਸਾ ਨਹੀਂ ਕਿਹਾ। ਪੰਡਿਤ ਜੀ, ਜਲਪਵਾਦ, ਵਿਤੰਡਾਵਾਦ, ਬਹਿਸ, ਝਗੜੇ, ਕਲਾ, ਬਖੀਲੀ, ਤਕਬਰੀ, ਖਿੱਚੋ ਤਾਣ ਵਾਲੇ ਮਤ ਵਿੱਚ ਮੈਂ ਨਹੀਂ ਗਿਆ। ਮੈਂ ਤਾਂ ਇੱਕ ਸੁੰਦਰ ਲਲਿਤ ਮੂਰਤੀ ਵੱਲ ਬਿਨ ਦੇਖੇ ਖਿੱਚਿਆ ਜਾ ਰਿਹਾ ਹਾਂ। ਮੇਰੇ ਹਾਲ ਤੇ ਤਰਸ ਕਰੋ। ਮੇਰਾ ਮਤ, ਮੇਰਾ ਧਰਮ, ਮੇਰਾ ਮਜ਼ਹਬ ਪ੍ਰੇਮ ਹੈ। ਉਸ ਪਿਆਰੇ ਵੱਲੋਂ ਕੋਈ ਰੌਂ ਆ ਰਹੀ ਹੈ ਜੋ ਮੈਨੂੰ ਇੱਕ ਸੁਖ, ਇੱਕ ਰਸ ਔਰ ਇੱਕ ਲਯਤਾ ਵਿੱਚ ਲਗਾਤਾਰ ਰੱਖਦੀ ਹੈ। ਮੈਂ ਸਭ ਨਾਲ ਪ੍ਰੇਮ ਕਰ ਸਕਾਂ। ਪੰਡਤ, ਫਿਰ ਸ਼ਾਸਤਰ ਝੂਠੇ ਹਨ? ਰਾਜਾ, ਮੈਂ ਐਸਾ ਨਹੀਂ ਆਖਦਾ। ਤੁਸੀਂ ਕਿਉਂ ਬਾਰ-ਬਾਰ ਇਹ ਕਹਿੰਦੇ ਹੋ ਜੋ ਮੈਂ ਇਸ਼ਾਰੇ ਨਾਲ ਵੀ ਨਹੀਂ ਕਿਹਾ? ਮੈਂ ਤਾਂ ਇਹ ਆਖਦਾ ਹਾਂ ਕਿ ਮੈਨੂੰ ਇੱਕ ਸ਼ਾਹੂਕਾਰ ਮਿਲ ਪਿਆ ਹੈ। ਉਹ ਰੁਪਏ ਦੇ ਗਿਆ ਹੈ ਤੇ ਰਾਸ ਦਾਨ ਕਰ ਗਿਆ ਹੈ। ਉਸ ਦੀ ਰਾਸ ਨਾਲ ਮੈਂ ਵਪਾਰ ਕਰੂੰ। ਜਿਸ ਤਰ੍ਹਾਂ ਦੇ ਹਿਸਾਬ ਦੀ ਲੋੜ ਪਊ ਵਰਤੂੰ। ਬਾਕੀ ਮੇਰੇ ਲਈ ਹਰੇਕ ਸੁਤੰਤਰ ਹੈ ਔਰ ਨਿਹਚੇ ਵਿੱਚ ਪ੍ਰੇਮ ਮੁੱਖ ਹੋਣਾ ਚਾਹੀਏ। ਪੰਡਤ, ਫਿਰ ਸਵੈ ਧਰਮ ਤੇ ਸ਼ਾਸਤਰ ਦਾ ਤਿਰਸਕਾਰ ਕਰਸੋ। ਰਾਜਾ, ਤੁਸੀਂ ਕੁਝ ਬਹੁਤ ਘਬਰਾ ਗਏ ਹੋ। ਆਪ ਦਾ ਸਤਕਾਰ ਵੀ ਕਾਇਮ ਰਹੇਗਾ। ਪ੍ਰਜਾ ਦਾ ਧਰਮ ਆਪਣਾ ਰਹੇਗਾ। ਮੈਂ ਕੀ ਕਰਾਂਗਾ ਜਦੋਂ ਦਾਤਾ ਆਵੇਗਾ, ਜੋ ਕਹੇਗਾ ਸੋ ਹੋਵੇਗਾ। ਪਰ ਇਹ ਨਿਸ਼ਚੇ ਜਾਣੋ ਕਿ ਮੇਰੇ ਵਾਕਾਂ ਵਿੱਚ, ਮੇਰੀ ਕਰਨੀ ਵਿੱਚ, ਮੇਰੇ ਸੰਕਲਪਾਂ ਵਿੱਚ ਪ੍ਰੇਮ ਹੋਵੇਗਾ। ਤੁਸੀਂ ਚਾਹੋ ਅਨਿਆਏ ਕਰਨਾ, ਮੈਨੂੰ ਮੰਦਾ ਕਹਿਣਾ, ਤਾੜਨਾ ਦੇਣੀ, ਦੁੱਖ ਖੜੇ ਕਰਨੇ, ਚਾਹੋ ਪਿਆਰ ਕਰਨਾ, ਮੇਰੇ ਵਿੱਚੋਂ ਪ੍ਰੇਮ ਦਾ ਪ੍ਰਕਾਸ਼ ਤੇ ਰਸ ਦਾ ਪ੍ਰਾਚੁਰ ਭਾਵ ਹੀ ਹੋਵੇਗਾ। ਕਲੇਜਾ ਪਾੜਿਆਂ ਰਤ ਨਿਕਲਦੀ ਹੈ, ਦਿਲ ਦਾ ਨਕਸ਼ਾ ਨਜ਼ਰ ਨਹੀਂ ਪੈਂਦਾ। ਨਹੀਂ ਤਾਂ ਪੰਡਤ ਜੀ, ਮੈਂ ਦਿਲ ਚੀਰ ਕੇ ਆਪ ਨੂੰ ਦਿਖਾਵਾਂ। ਆਪ ਮੇਰੇ ਅੰਦਰ ਦੀ ਦਸ਼ਾ ਵੇਖ ਕੇ ਸੁਖ ਵਿੱਚ ਮਸਤ ਹੋ ਜਾਓ। ਤਸਮਾਦਨੰ ਤਮ ਜਰੰ ਪਰਮੰ ਵਿਕਾਸ ਤਦੇ ਬ੍ਰਹਮਾ ਚਿਤਿਏ ਕਿਮੇ ਭਿਰਸ ਦ્વੈ ਕਲਪੈ ਯਸ ਯਾਨੁਖੰ ਗਣੰ ਇਮੇ ਪਉਨਾਦਪਤਿਏ ਭੋਗਾਦਿਏ ਕਿਰਪਣ ਲੋਕਮਤਾ ਭਵਿਤੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।